ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਨ ਨਿਰਮਲ ਕਰਨੀ। ਸਾਧ ਸੰਗਤ ਕਾ ਅੰਚਲ ਲਾਭੋ, ਬਿਖਮ ਨਦੀ ਜਾਏ ਤਰਨੀ। ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਸਤਿਨਾਮ ਵਾਹਿਗੁਰੂ ਜੀ। ਤੁਰਹੋਂ ਖਸਮ ਭੇਜਿਆ, ਸੱਚਾ ਹੁਕਮ ਪਠਾਏ। ਇੰਦ ਵਰਸੈ ਦਇਆ ਕਰ, ਗੂੜੀ ਸ਼ਹਿਬਰ ਲਾਏ। ਬਾਬੀਹੇ ਤਨ ਮਨ ਸੁਖ ਹੋਏ, ਜਾਂ ਤਤ ਬੂੰਦ ਮੋਹਿ ਪਾਏ। ਅੰਨ ਧਨ ਬਹੁਤਾ ਉਪਜੈ, ਧਰਤੀ ਸ਼ੋਭਾ ਪਾਏ। ਅੰਨ ਦਿਨ ਲੋਕ ਭਗਤ ਕਰੇ, ਗੁਰ ਕਾ ਸ਼ਬਦ ਸਮਾਏ। ਆਪੇ ਸੱਚਾ ਬਖਸ਼ ਲਏ, ਕਰ ਕਿਰਪਾ ਕਰੈ ਰਜ਼ਾਏ। ਹਰ ਗੁਣ ਗਾਵੋ ਕਾਮਣੀ, ਸੱਚਾ ਸ਼ਬਦ ਸਮਾਏ। ਭੈ ਕਾ ਸਹਿਜ ਸ਼ਿੰਗਾਰ ਕਰੋ, ਸੱਚ ਰਹੋ ਲਿਵ ਲਾਏ। ਨਾਨਕ ਨਾਮੋ ਮਨ ਵਸੈ, ਹਰ ਦਰਗਹ ਲਏ ਛੁਡਾਏ। ਭੈ ਕਾ ਸਹਿਜ ਸ਼ਿੰਗਾਰ ਕਰਿਓ, ਸੱਚ ਰਹੋ ਲਿਵ ਲਾਏ। ਨਾਨਕ ਨਾਮੋ ਮਨ ਵਸੈ, ਹਰ ਦਰਗਹ ਲਏ ਛੁਡਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸਜੀ ਹੋਈ ਵਡਭਾਗੀ ਸਾਧ ਸੰਗਤ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਇਹ ਸੁਭਾਗ ਘੜੀ ਸਤਸੰਗ ਦੀ ਸਾਨੂੰ ਪ੍ਰਾਪਤ ਹੋਈ ਹੈ। ਗੁਰੂ ਅਮਰਦਾਸ ਪਾਤਸ਼ਾਹ ਦੀ ਪਾਵਨ ਬਾਣੀ, ਜੋ ਸਲੋਕ 12 ਤੇ ਵਧੀਕ ਸਰਲੇਖ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਇਸ ਦੀ ਲੜੀਵਾਰ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ।
ਅੱਜ ਇਹ 57ਵਾਂ ਸਲੋਕ ਆਪਾਂ ਸਰਵਣ ਕੀਤਾ ਹੈ। ਕੁੱਲ 67 ਸਲੋਕ ਹਨ ਇਸ ਸਰਲੇਖ ਦੇ ਹੇਠ। ਪਿਛਲੇ 3 ਸਲੋਕਾਂ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਨੇ ਇਸ ਜੀਵ ਨੂੰ ਬਬੀਹੇ ਦੀ ਨਿਆਈ ਕਿਹਾ ਹੈ। ਜਿਵੇਂ ਆਕਾਸ਼ ਵਿੱਚੋਂ ਜਿੰਨਾ ਚਿਰ ਬੂੰਦਾਂ ਨਾ ਡਿੱਗਣ, ਉਹ ਵੀ ਸਵੰਤੀ ਬੂੰਦਾਂ, ਉਨਾ ਚਿਰ ਬਬੀਹੇ ਦੀ ਪਿਆਸ ਨਹੀਂ ਹੈ ਬੁਝਦੀ। ਭਾਵੇਂ ਧਰਤੀ 'ਤੇ ਬੇਅੰਤ ਜਲ ਹੈ, ਪਰ ਇਹ ਜਲ ਉਸ ਦੇ ਕਿਸੇ ਕੰਮ ਨਹੀਂ ਆਉਂਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਇਸ ਜੀਵ ਦੀ ਹਾਲਤ ਹੈ। ਸੰਸਾਰ ਦੇ ਵਿੱਚ ਇਸ ਦੇ ਵਾਸਤੇ ਬੇਅੰਤ ਸੁੱਖ ਦੇ ਸਾਧਨ ਹਨ। ਬਹੁਤ ਕੁਛ ਹੈ ਇਸ ਦੇ ਕੋਲ, ਰੱਬ ਨੇ ਬਹੁਤ ਕੁਛ ਇਸ ਦੇ ਵਾਸਤੇ ਬਣਾਇਆ ਹੈ। ਪਰ ਜਿੰਨਾ ਚਿਰ ਇਹ ਇਨਸਾਨ ਪਰਮੇਸ਼ਰ ਦੇ ਨਾਮ ਦੇ ਨਾਲ ਨਹੀਂ ਜੁੜਦਾ, ਜਿੰਨਾ ਚਿਰ ਉਸ ਦੇ ਸਿਮਰਨ ਵਿੱਚ ਨਹੀਂ ਜੁੜਦਾ, ਉਨਾ ਚਿਰ ਇਸ ਨੂੰ ਜੀਵਨ ਦਾ ਕੋਈ ਆਨੰਦ ਪ੍ਰਾਪਤ ਨਹੀਂ ਹੁੰਦਾ ਹੈ। ਜਿਵੇਂ ਬੇਅੰਤ ਪਾਣੀ ਦੇ ਹੁੰਦਿਆਂ ਹੋਇਆਂ ਧਰਤੀ ਦੇ ਉੱਤੇ ਬਬੀਹਾ ਫੇਰ ਤਰਸਦਾ ਹੈ, ਇਸੇ ਤਰ੍ਹਾਂ ਹੀ ਇਨਸਾਨ ਬੇਅੰਤ ਸੁੱਖਾਂ ਦੇ ਹੁੰਦਿਆਂ ਹੋਇਆਂ ਜਿਹੜਾ ਮਨ ਦਾ ਸੁੱਖ ਹੈ, ਆਤਮਿਕ ਸੁੱਖ ਜਿਸ ਨੂੰ ਕਿਹਾ ਹੈ, ਉਸ ਸੁੱਖ ਦੇ ਵਾਸਤੇ ਤਰਸਦਾ ਰਹਿੰਦਾ ਹੈ, ਤਰਲੇ ਲੈਂਦਾ ਰਹਿੰਦਾ ਹੈ, ਕਿਵੇਂ ਨਾ ਕਿਵੇਂ ਮੈਨੂੰ ਇਹ ਸੁੱਖ ਮਿਲੇ। ਨਾਲ ਹੀ ਮਹਾਰਾਜ ਨੇ ਸਾਨੂੰ ਤਰੀਕਾ ਵੀ ਦੱਸਿਆ ਕਿ ਗੁਰੂ ਦੀ ਸ਼ਰਨ ਵਿੱਚ ਪੈ ਜਾਓ। ਗੁਰੂ ਜੋ ਕੁਛ ਗੁਰੂ ਮਹਾਰਾਜ ਕਹਿੰਦੇ ਹਨ ਪਾਵਨ ਬਾਣੀ ਦੇ ਰਾਹੀਂ, ਉਸ ਨੂੰ ਮੰਨਣਾ ਸ਼ੁਰੂ ਕਰ ਦਿਓ। ਜਿਵੇਂ ਜਿਵੇਂ ਉਸ 'ਤੇ ਪਹਿਰਾ ਦਿਓਗੇ, ਤਿਵੇਂ ਤਿਵੇਂ ਗੁਰੂ ਤਰੁੱਠੇਗਾ। ਜਿਵੇਂ ਬੱਦਲ ਤਰੁੱਠਦਾ ਹੈ ਔਰ ਸ਼ਹਿਬਰ ਲਾਉਂਦਾ ਹੈ, ਮੀਂਹ ਪੈਂਦਾ ਹੈ, ਇਸੇ ਹੀ ਤਰ੍ਹਾਂ ਗੁਰੂ ਵੀ ਤਰੁੱਠ ਕੇ ਤੁਹਾਡੇ ਅੰਦਰ ਨਾਮ ਦੀ ਬਾਣੀ ਦੀ ਸ਼ਹਿਬਰ ਲਾਏਗਾ ਔਰ ਤੁਹਾਡਾ ਮਨ ਸ਼ਾਂਤ ਹੋ ਜਾਵੇਗਾ, ਸਹਿਜ ਵਿੱਚ ਆ ਜਾਓਗੇ। ਜੋ ਕੁਛ ਤੁਹਾਨੂੰ ਰੱਬ ਨੇ ਦਿੱਤਾ ਹੈ, ਇਹ ਸਾਰਾ ਕੁਛ ਤੁਹਾਡੇ ਕੋਲ ਸੁਖਦਾਈ ਬਣ ਜਾਏਗਾ। ਉਨਾ ਚਿਰ ਨਹੀਂ ਇਹ ਸੁਖਦਾਈ ਬਣਨਾ। ਇਸ ਦੇ ਹੁੰਦਿਆਂ ਹੋਇਆਂ ਵੀ ਤੁਸੀਂ ਦੁਖੀ ਹੀ ਰਹੋਗੇ, ਜਿੰਨਾ ਚਿਰ ਤੁਹਾਨੂੰ ਪਰਮੇਸ਼ਰ ਦੇ ਨਾਮ ਰੂਪੀ ਸਵੰਤੀ ਬੂੰਦ ਨਹੀਂ ਹੈ ਮਿਲਦੀ। ਅੱਜ ਬਖਸ਼ਿਸ਼ ਕਰ ਰਹੇ ਹਨ ਸਤਿਗੁਰੂ ਜੀ, ਧੁਰੋਂ ਖਸਮ ਭੇਜਿਆ ਸੱਚਾ ਹੁਕਮ ਬਿਠਾਏ। ਜਿਵੇਂ ਬੱਦਲ ਜੋ ਹੈ ਉਹ ਪਰਮੇਸ਼ਰ ਦਾ ਭੇਜਿਆ ਹੋਇਆ ਹੀ ਇਸ ਸੰਸਾਰ ਵਿੱਚ ਆਉਂਦਾ ਹੈ। ਜਦੋਂ ਅੱਤ ਦੀ ਗਰਮੀ ਲੱਗਦੀ ਹੈ ਅਤੇ ਇਸ ਗਰਮੀ ਤੋਂ ਸੰਸਾਰ ਨੂੰ ਬਚਾਉਣ ਦੇ ਵਾਸਤੇ ਮੇਘੇ ਨੂੰ ਫਰਮਾਨ ਕਰਦਾ ਹੈ ਵਾਹਿਗੁਰੂ ਪਰਮੇਸ਼ਰ ਜੋ ਹੈ ਕਿ ਜਾ ਕੇ ਤੂੰ ਵਰਸ, ਕਿਰਪਾ ਧਾਰ ਕੇ ਵਰਸ ਸੰਸਾਰ ਦੇ ਵਿੱਚ, ਸੰਸਾਰ ਦਾ ਭਲਾ ਕਰ, ਪ੍ਰਿਥਵੀ ਦੀ ਪਿਆਸ ਬੁਝਾ। ਔਰ ਬੱਦਲ ਵਰਸਦਾ ਹੈ, ਗੂੜ੍ਹੀਆਂ ਸ਼ਹਿਬਰਾਂ ਲੱਗਦੀਆਂ ਹਨ, ਕਦੇ ਤੇਜ਼ ਹੋ ਗਿਆ ਮੀਂਹ, ਕਦੇ ਸਹਿਜ ਸਹਿਜ ਦੇ ਨਾਲ, ਕਦੀ ਝੜੀ ਲੱਗ ਜਾਂਦੀ ਹੈ। ਇਹਨਾਂ ਇਹ ਸਵੰਤ ਬੂੰਦਾਂ ਦੇ ਵਿੱਚ ਆਕਾਸ਼ ਵਿੱਚੋਂ ਜੋ ਡਿੱਗਦੀਆਂ ਹਨ, ਉਹਨਾਂ ਵਿੱਚ ਸਵੰਤੀ ਬੂੰਦਾਂ ਜੋ ਹਨ ਬਬੀਹੇ ਦੇ ਮੂੰਹ ਵਿੱਚ ਜਦੋਂ ਪੈਂਦੀਆਂ ਹਨ ਤਾਂ ਉਸ ਦੀ ਪਿਆਸ ਬੁਝਦੀ ਹੈ। ਜਿਵੇਂ ਮੀਂਹ ਦੇ ਪੈਣ ਦੇ ਨਾਲ ਧਰਤੀ 'ਤੇ ਅੰਨ ਬਹੁਤ ਹੁੰਦਾ ਹੈ, ਫਸਲ ਬਹੁਤ ਹੁੰਦੀ ਹੈ, ਸਭ ਪਾਸੇ ਹਰਿਆਵਲ ਆ ਜਾਂਦੀ ਹੈ, ਦਰਖਤਾਂ ਨੂੰ ਵੀ ਫਲ ਬਹੁਤ ਲੱਗਦੇ ਹਨ। ਇਸੇ ਹੀ ਤਰੀਕੇ ਦੇ ਨਾਲ ਵਾਹਿਗੁਰੂ ਪਰਮੇਸ਼ਰ ਨੇ ਇਸ ਸੰਸਾਰ ਵਿੱਚ ਜੀਵ ਨੂੰ ਭੇਜਿਆ ਹੈ। ਇਸ ਜੀਵ ਦੇ ਭਲੇ ਦੇ ਵਾਸਤੇ ਕਿਤੇ ਇਹ ਜੀਵ ਇੱਥੇ ਆ ਕੇ ਸੰਸਾਰ ਵਿੱਚ ਹੀ ਨਾ ਫਸਿਆ ਰਹਿ ਜਾਵੇ, ਇਸੇ ਨੂੰ ਹੀ ਸੱਤ ਕਰਕੇ ਨਾ ਮੰਨ ਲਵੇ। ਪਰਮੇਸ਼ਰ ਨੇ ਆਪ ਹੀ ਵਿਧ ਬਣਾਈ ਹੈ, ਆਪ ਹੀ ਗੁਰੂ ਦੇ ਰੂਪ ਵਿੱਚ ਫਿਰ ਪ੍ਰਗਟ ਹੋਇਆ ਹੈ। ਨਿਰਗੁਣ ਤੋਂ ਸਰਗੁਣ ਸਰੂਪ ਆਪਣਾ ਬਣਾ ਦਿੱਤਾ ਹੈ। ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰ ਜਿਨ ਸਗਲੀ ਮੋਹੀ। ਉਹਨੇ ਹੀ ਆਪਣੇ ਆਪ ਨੂੰ ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕੀਤਾ ਹੈ ਸੰਸਾਰ ਦੇ ਭਲੇ ਵਾਸਤੇ। ਔਰ ਬੱਦਲ ਵਾਂਗ ਫਿਰ ਸਤਿਗੁਰੂ ਵੀ ਤਰੁੱਠਦਾ ਹੈ, ਪਰਮੇਸ਼ਰ ਦੀ ਰਜ਼ਾ ਦੇ ਅਨੁਸਾਰ
ਇਸ ਸੰਸਾਰ ਦੇ ਉੱਤੇ ਰਹਿਮਤਾਂ ਕਰਦਾ ਹੈ। ਜਿਵੇਂ ਮੀਂਹ ਪੈਂਦਾ ਹੋਵੇ, ਜਿਹੜਾ ਮੀਂਹ ਦੇ ਵਿੱਚ ਖਲੋਏਗਾ ਉਹੀ ਗਿੱਲਾ ਹੋਏਗਾ, ਉਸ ਨੂੰ ਹੀ ਠੰਡ ਮਿਲੇਗੀ। ਜੇ ਕੋਈ ਅੰਦਰ ਵੜ ਕੇ ਬੈਠਾ ਰਹੇ ਤਾਂ ਉਹ ਆਨੰਦ ਨਹੀਂ ਮਾਣ ਸਕਦਾ ਹੈ ਮੀਂਹ ਦਾ। ਇਸੇ ਹੀ ਤਰ੍ਹਾਂ ਗੁਰੂ ਤਾਂ ਅੰਮ੍ਰਿਤ ਦੀ ਵਰਖਾ ਕਰਦਾ ਹੈ, ਲੇਕਿਨ ਜੇ ਕੋਈ ਗੁਰੂ ਦੇ ਕੋਲ ਆਵੇਗਾ ਤਾਂ ਉਸ ਵਰਖਾ ਦਾ ਆਨੰਦ ਮਾਣ ਸਕਦਾ ਹੈ। ਉਹਦੇ ਹਿਰਦੇ ਜੇ ਠੰਡ ਪਵੇਗੀ। ਜੇ ਕੋਈ ਘਰੇ ਹੀ ਬੈਠਾ ਰਹੇਗਾ, ਕਹਿੰਦਾ ਹੈ ਕਿ ਮੈਨੂੰ ਜਾਣ ਦੀ ਲੋੜ ਹੀ ਨਹੀਂ ਸੰਗਤ ਦੇ ਵਿੱਚ, ਫਿਰ ਉਹ ਉਸ ਇਨਸਾਨ ਵਾਂਗ ਹੀ ਉਸ ਦੀ ਹਾਲਤ ਹੋਵੇਗੀ ਜਿਹੜਾ ਮੀਂਹ ਪੈਂਦਿਆਂ ਹੋਇਆਂ ਅੱਤ ਦੀ ਗਰਮੀ ਸਤਾਇਆ ਹੋਇਆ ਫਿਰ ਅੰਦਰ ਹੀ ਵੜ ਕੇ ਬੈਠਾ ਰਹਿੰਦਾ ਹੈ। ਮਾਰੇ ਕਹਿੰਦੇ ਧੁਰੋਂ ਖਸਮ ਭੇਜਿਆ, ਸੱਚਾ ਹੁਕਮ ਪਠਾਏ। ਵਾਹਿਗੁਰੂ ਪਰਮੇਸ਼ਰ ਨੇ ਆਪ ਧੁਰ ਤੋਂ ਹੀ, ਗੁਰੂ ਪਰਮੇਸ਼ਰ ਨੇ ਆਪ ਹੀ ਇਸ ਸੰਸਾਰ ਵਿੱਚ ਪ੍ਰਗਟ ਹੋ ਕੇ ਇਹ ਗੁਰੂ ਰੂਪੀ ਬੱਦਲ ਨੂੰ ਭੇਜਿਆ ਹੈ। ਜਿਵੇਂ ਇੰਦ ਵਰਸੈ ਦਇਆ ਕਰ ਗੂੜੀ ਸ਼ਹਿਬਰ ਲਾਏ, ਜਿਵੇਂ ਇੰਦ ਦਾ ਭਾਵ ਇੱਥੇ ਬੱਦਲ ਤੋਂ ਹੀ ਹੈ। ਜਿਵੇਂ ਬੱਦਲ ਵਰਸਦਾ ਹੈ, ਜੀਵਾਂ 'ਤੇ ਦਇਆ ਹੁੰਦੀ ਹੈ, ਗੂੜੀਆਂ ਸ਼ਹਿਬਰਾਂ ਲੱਗਦੀਆਂ ਹਨ, ਲੰਮੀਆਂ ਲੰਮੀਆਂ ਝੜੀਆਂ ਲੱਗਦੀਆਂ ਹਨ, ਸਭ ਪਾਸੇ ਠੰਡ ਵਰਤਦੀ ਹੈ। ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਕਿਰਪਾ ਕਰਦੇ ਹਨ, ਸੰਸਾਰ ਵਿੱਚ ਆ ਕੇ ਇਸ ਤਪਦੇ ਹੋਏ ਸੰਸਾਰ ਨੂੰ ਠਾਰਦੇ ਹਨ, ਤਪਦੇ ਹੋਏ ਜੀਵਾਂ ਦੇ ਹਿਰਦਿਆਂ ਨੂੰ ਠੰਡ ਪਾਉਂਦੇ ਹਨ। ਚਾਹੇ ਉੱਥੇ ਸੱਜਣ ਠੱਗ ਆ ਜਾਵੇ, ਚਾਹੇ ਕੌਡੇ ਵਰਗਾ ਰਾਖਸ਼ ਇਨਸਾਨ ਆ ਜਾਵੇ, ਚਾਹੇ ਭੂਮੀ ਵਰਗਾ ਚੋਰ ਆ ਜਾਵੇ, ਚਾਹੇ ਨੂਰ ਸ਼ਾਹ ਵਰਗੀ ਜਾਦੂਗਰਨੀ ਆ ਜਾਵੇ, ਚਾਹੇ ਦੁਨੀ ਚੰਦ ਵਰਗਾ ਮਾਇਆ ਧਾਰੀ ਕੋਈ ਆ ਜਾਵੇ। ਜਿਵੇਂ ਮੀਂਹ ਪੈਣ ਦੇ ਨਾਲ ਹਰ ਥਾਂ ਹੀ ਗਿੱਲ ਹੁੰਦੀ ਹੈ, ਹਰ ਥਾਂ ਹੀ ਉਸ ਦਾ ਅਸਰ ਹੁੰਦਾ ਹੈ, ਇਸੇ ਤਰ੍ਹਾਂ ਹੀ ਜਦੋਂ ਗੁਰੂ ਉੱਠ ਕੇ ਬਾਣੀ ਸੁਣਾਉਂਦਾ ਹੈ ਤਾਂ ਉਸ ਵੇਲੇ ਸਾਰਿਆਂ ਦੇ ਉੱਤੇ, ਸਾਰੇ ਸੰਸਾਰ ਦੇ ਜੀਵਾਂ ਦੇ ਉੱਤੇ ਕਿਰਪਾ ਹੁੰਦੀ ਹੈ। ਬਬੀਹੇ ਤਨ ਮਨ ਸੁਖ ਹੋਏ ਤਾਂ ਤਤ ਬੂੰਦ ਮੋਹੇ ਪਾਏ। ਜਿਵੇਂ ਬਬੀਹੇ ਦੇ ਮੂੰਹ ਦੇ ਵਿੱਚ ਸਵੰਤੀ ਬੂੰਦ ਪੈਣ ਦੇ ਨਾਲ ਉਹ ਤਨ ਮਨ ਕਰਕੇ ਸੁਖੀ ਹੁੰਦਾ ਹੈ, ਇਸੇ ਹੀ ਤਰ੍ਹਾਂ ਸੰਸਾਰੀ ਜੀਵ ਜਿਹੜਾ ਹੈ ਜਦੋਂ ਗੁਰੂ ਦੀ ਸੰਗਤ ਜਾ ਕੇ ਬੈਠਦਾ ਹੈ, ਜਦੋਂ ਅੰਮ੍ਰਿਤ ਨਾਮ ਦੀਆਂ ਬੂੰਦਾਂ, ਗੁਰੂ ਦੀ ਬਾਣੀ ਦੀਆਂ ਬੂੰਦਾਂ ਉਸ ਦੇ ਮੂੰਹ ਵਿੱਚ ਪੈਂਦੀਆਂ ਹਨ ਤਾਂ ਉਸ ਨੂੰ ਵੀ ਤਨ ਕਰਕੇ ਮਨ ਕਰਕੇ ਸੁਖ ਅਹਿਸਾਸ ਹੁੰਦਾ ਹੈ। ਅੰਨ ਧਨ ਬਹੁਤਾ ਉਪਜੈ ਧਰਤੀ ਸ਼ੋਭਾ ਪਾਵੇ। ਜੇ ਮੀਂਹ ਪੈਣ ਦੇ ਨਾਲ ਬਹੁਤਾ ਹੀ ਅੰਨ ਅਤੇ ਧਨ ਉਪਜਦਾ ਹੈ, ਧਰਤੀ ਵੀ ਸਭ ਪਾਸੇ ਹਰਿਆਵਲ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਇਨਸਾਨ ਦੇ ਉੱਤੇ ਜਿਸ ਦੀ ਗੁਰੂ ਦੀ ਜਿਸ ਉੱਤੇ ਕਿਰਪਾ ਹੁੰਦੀ ਹੈ, ਉਸ ਦੇ ਅੰਦਰ ਸ਼ੁਭ ਗੁਣਾਂ ਦੀ ਖੇਤੀ ਜਿਹੜੀ ਹੈ ਭਰਪੂਰ ਹੁੰਦੀ ਹੈ। ਗੁਰਸਿੱਖ ਦੇ ਅੰਦਰ ਸ਼ੁਭ ਗੁਣ ਪ੍ਰਗਟ ਹੁੰਦੇ ਹਨ। ਗੁਰੂ ਇਸ ਬੀਜ ਨੂੰ ਅੰਦਰ ਪਾਉਂਦਾ ਹੈ, ਫਿਰ ਉਹ ਆਪ ਵੀ ਇਨਸਾਨ ਜਿਸ ਦੇ ਅੰਦਰ ਨਾਮ ਦਾ ਬੀਜ ਗੁਰੂ ਨੇ ਪਾ ਦਿੱਤਾ, ਜਿਸ ਦੇ ਅੰਦਰ ਨਾਮ ਦੀ ਫਸਲ ਉੱਗ ਪਈ, ਉਹ ਤਨ ਕਰਕੇ ਵੀ ਅਤੇ ਧਨ ਕਰਕੇ ਵੀ ਅਤੇ ਮਨ ਕਰਕੇ ਵੀ ਤਗੜਾ ਹੋ ਜਾਂਦਾ ਹੈ। ਇਹ ਕਿਰਪਾ ਹੁੰਦੀ ਹੈ ਗੁਰੂ ਮਹਾਰਾਜ ਦੀ, ਹਰ ਪਾਸੇ ਉਸ ਦੀ ਸ਼ੋਭਾ ਹੁੰਦੀ ਹੈ। ਅੰਦਿਨ ਲੋਕ ਭਗਤ ਕਰੇ ਗੁਰ ਕਾ ਸ਼ਬਦ ਸਮਾਏ। ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਗੁਰੂ ਦੇ ਪਿਆਰ ਵਾਲੇ ਰਾਤ ਦਿਨ ਪਰਮੇਸ਼ਰ ਨੂੰ ਯਾਦ ਕਰਦੇ ਰਹਿੰਦੇ ਹਨ। ਆਪੇ ਸੱਚਾ ਬਖਸ਼ ਲੈ ਕਰ ਕਿਰਪਾ ਕਰੇ ਰਜ਼ਾਏ। ਪਰ ਜਿਵੇਂ ਜਿਵੇਂ ਜਗਿਆਸੂ ਗੁਰੂ ਦੇ ਸ਼ਬਦ ਦੇ ਨਾਲ ਜੁੜਦੇ ਜਾਂਦੇ ਹਨ, ਤਿਵੇਂ ਤਿਵੇਂ ਹੀ ਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ ਜਾਂਦੀ ਹੈ। ਇਹ ਉਸ ਦੀ ਰਜ਼ਾ ਹੈ, ਉਸ ਦੀ ਮੌਜ ਹੈ ਕਿ ਜਿਹੜਾ ਇਨਸਾਨ ਗੁਰੂ ਦੇ ਨਾਲ ਜੁੜ ਜਾਂਦਾ, ਉਸ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਆਪ ਤਰੁੱਠ ਕੇ ਉਸ ਦੇ ਜੀਵਨ ਨੂੰ ਬਦਲ ਦਿੰਦਾ ਹੈ, ਉਸ ਦੇ ਜੀਵਨ ਵੱਡੀ ਤਬਦੀਲੀ ਲੈ ਆਉਂਦਾ ਹੈ। ਹਰ ਗੁਣ ਗਾਵੋ ਕਾਮਣੀ ਸੱਚਾ ਸ਼ਬਦ ਸਮਾਏ। ਕਾਮਣੀ ਜੀਵ ਇਸਤਰੀ। ਹੇ ਜੀਵ ਇਸਤਰੀਓ, ਹੇ ਸੰਸਾਰ ਦੇ ਲੋਕੋ, ਤੁਸੀਂ ਵੀ ਰਲ ਕੇ ਗੁਰੂ ਦੇ ਗੁਣ ਗਾਇਆ ਕਰੋ। ਕਿਵੇਂ? ਸੱਚੇ ਸ਼ਬਦ ਦੇ ਰਾਹੀਂ।
ਗੁਰੂ ਦੀ ਬਾਣੀ ਰਾਹੀਂ ਗੁਣ ਕਿਵੇਂ ਗਾਉਣੇ ਹਨ? ਪਰਮੇਸ਼ਰ ਦੇ ਗੁਰੂ ਦੀ ਬਾਣੀ ਦੇ ਰਾਹੀਂ ਗਾਉਣੇ ਹਨ। ਇਸੇ ਕਰਕੇ ਆਪਾਂ ਹੁਣ ਸ਼ਬਦ ਸੁਣ ਰਹੇ ਸੀ ਕਿ ਆਏ ਆਪਾਂ ਸੰਸਾਰ ਵਿੱਚ ਗੁਰਬਾਣੀ ਨੂੰ ਸੁਣਨ ਅਤੇ ਪੜ੍ਹਨ ਦੇ ਵਾਸਤੇ ਹਾਂ, ਪਰ ਇਨਸਾਨ ਆ ਕੇ ਫਿਰ ਭੁੱਲ ਗਿਆ ਔਰ ਜਿਹੜਾ ਕੰਮ ਕਰਨ ਵਾਲਾ ਹੀ ਉਹ ਛੱਡ ਦਿੱਤਾ, ਸੰਸਾਰ ਵਾਲੇ ਪਾਸੇ ਉਲਝ ਕੇ ਰਹਿ ਗਿਆ, ਜਿਸ ਕਰਕੇ ਆਪਣਾ ਜੀਵਨ ਸਾਰਾ ਹੀ ਬਿਰਥਾ ਹੀ ਗਵਾ ਲਿਆ, ਐਵੇਂ ਹੀ ਗਵਾ ਕੇ ਸੰਸਾਰ ਤੋਂ ਚਲੇ ਗਿਆ। ਮਾਰੇ ਕਹਿੰਦੇ ਕਿ ਹੇ ਇਨਸਾਨ, ਗੁਰੂ ਦੇ ਗੁਣ ਗਾਇਆ ਕਰ ਗੁਰੂ ਦੇ ਸ਼ਬਦ ਦੇ ਰਾਹੀਂ। ਜੇ ਗੁਰੂ ਦੇ ਸ਼ਬਦ ਨਾਲ ਗਾਵੇਂਗਾ ਤੇ ਗੁਰੂ ਦੇ ਵਿੱਚ ਸਮਾਈ ਹੋ ਜਾਏਗੀ ਤੇਰੀ, ਗੁਰੂ ਨੂੰ ਭਾ ਜਾਵੇਂਗਾ। ਭੈ ਕਾ ਸਹਿਜ ਸ਼ਿੰਗਾਰ ਕਰਿਓ, ਸੱਚ ਰਹੋ ਲਿਵ ਲਾਏ। ਫਿਰ ਜੀਵ ਇਸਤਰੀ ਜਿਵੇਂ ਸ਼ਿੰਗਾਰ ਕਰਦੀ ਹੈ ਆਪਣੇ ਕੰਤ ਨੂੰ ਖੁਸ਼ ਕਰਨ ਦੇ ਵਾਸਤੇ, ਸੁਹਾਗਣ ਜੋ ਹੈ, ਇਸੇ ਤਰ੍ਹਾਂ ਹੀ ਹੇ ਇਨਸਾਨ, ਜੇ ਤੂੰ ਸੁਹਾਗਣਾ ਵਰਗਾ ਜੀਵਨ, ਸੁਹਾਗਣਾ ਵਰਗਾ ਸੁੱਖ ਇਸ ਸੰਸਾਰ ਦੇ ਵਿੱਚ ਮਾਨਣਾ ਚਾਹੁੰਦਾ ਹੈ ਤਾਂ ਤੂੰ ਪਰਮੇਸ਼ਰ ਦੇ ਗੁਰੂ ਦੇ ਭੈ ਦਾ ਸ਼ਿੰਗਾਰ ਆਪ ਧਾਰਨ ਕਰ। ਭੈਕੀਆਂ ਦੇ ਸਲਾਈਆਂ ਲੈਣੀ ਭਾਵ ਕਾ ਕਰ ਸ਼ਿੰਗਾਰ, ਤਾਂ ਸੁਹਾਗਣ ਜਾਣੀ ਲੱਗੀ ਜਾਂ ਸ਼ੈਤਰ ਪਿਆਰੋ। ਆਪਣੀਆਂ ਅੱਖਾਂ ਦੇ ਵਿੱਚ ਸੁਰਮਾ ਜਿਹੜਾ ਪਾਉਣਾ ਹੈ ਉਹ ਰੱਬੀ ਭੈ ਦਾ ਪਾ। ਤੇਰੀਆਂ ਅੱਖਾਂ ਵਿੱਚ ਸ਼ਰਮ ਹੋਣੀ ਚਾਹੀਦੀ ਹੈ। ਅੱਖਾਂ ਸੁਰਮੇ ਨਾਲ ਨਹੀਂ ਸੋਹਣੀਆਂ ਲੱਗਦੀਆਂ, ਅੱਖਾਂ ਵਿੱਚ ਸ਼ਰਮ ਹੋਵੇ ਫਿਰ ਸੋਹਣੀਆਂ ਲੱਗਦੀਆਂ ਹਨ। ਇਹ ਅੱਖਾਂ ਦਾ ਸ਼ਿੰਗਾਰ ਮਹਾਰਾਜ ਨੇ ਦੱਸਿਆ ਹੈ। ਭਾਵ ਕਾ ਕਾਰ ਸ਼ਿੰਗਾਰੋ, ਭਾਵ ਪ੍ਰੇਮ ਨੂੰ ਕਹਿੰਦੇ ਹਨ। ਤੇਰਾ ਜੋ ਬਾਕੀ ਸ਼ਿੰਗਾਰ ਹੈ, ਚਾਹੇ ਕੰਨਾਂ ਦਾ ਹੈ, ਚਾਹੇ ਨੱਕ ਦਾ ਹੈ, ਚਾਹੇ ਬੁੱਲ੍ਹਾਂ ਦਾ ਹੈ, ਚਾਹੇ ਦੰਦਾਂ ਦਾ ਹੈ, ਚਾਹੇ ਬਾਹਾਂ ਦਾ, ਪੈਰਾਂ ਦਾ ਹੈ, ਜੋ ਵੀ ਸ਼ਿੰਗਾਰ ਤੂੰ ਕਰਦਾ ਹੈ, ਕਰਦੀ ਹੈ, ਉਹ ਤੇਰਾ ਪ੍ਰੇਮ ਦਾ ਸ਼ਿੰਗਾਰ ਹੋਣਾ ਚਾਹੀਦਾ ਹੈ। ਭਾਵ ਵਾਹਿਗੁਰੂ ਪਰਮੇਸ਼ਰ ਕੰਤ ਨੂੰ ਪਿਆਰ ਕਰ, ਦਿਲੋਂ ਪਿਆਰ ਕਰ। ਜੇ ਤੂੰ ਆਹ ਦੋ ਗੱਲਾਂ ਅਪਣਾ ਲਵੇਂ, ਰੱਬ ਦੇ ਭੈ ਅਤੇ ਭਾਉ ਦੇ ਵਿੱਚ ਰਹੇ, ਤਾਂ ਫਿਰ ਦੇਖ ਵਾਹਿਗੁਰੂ ਪਰਮੇਸ਼ਰ ਤੇਰੇ 'ਤੇ ਕਿਵੇਂ ਤਰੁੱਠਦਾ ਹੈ, ਵਾਹਿਗੁਰੂ ਕੰਤ ਕਿਵੇਂ ਤੇਰੇ 'ਤੇ ਤਰੁੱਠਦਾ ਹੈ। ਸਦਾ ਹੀ ਤੈਨੂੰ ਖੁਸ਼ੀਆਂ ਬਖਸ਼ਦਾ ਰਹੇਗਾ ਔਰ ਤੇਰਾ ਜੀਵਨ ਜੋ ਹੈ ਉਹ ਸੁਹਾਗਣਾ ਵਰਗਾ ਬਣ ਜਾਏਗਾ। ਨਾਨਕ ਨਾਮੋ ਮਨ ਵਸੈ, ਹਰ ਦਰਗਹਿ ਲੈ ਛਕਾਏ। ਦੇਖੀ ਫਿਰ ਕਿਵੇਂ ਪਰਮੇਸ਼ਰ ਤਰੁੱਠਦਾ ਹੈ ਤੇਰੇ ਉੱਤੇ, ਤੇਰੇ ਮਨ ਦੇ ਵਿੱਚ ਨਾਮ ਨੂੰ ਟਿਕਾ ਦੇਗਾ। ਜਿਵੇਂ ਸੁਹਾਗਣ ਇਸਤਰੀ ਜਿਹੜੀ ਹੈ ਉਹ ਆਪਣੇ ਕੰਤ ਨੂੰ ਖੁਸ਼ ਕਰਕੇ ਰੱਖਦੀ ਹੈ, ਜਿਸ ਦਾ ਸਦਕਾ ਹਰ ਵੇਲੇ ਹੀ ਉਹਦੀ ਯਾਦ ਕਿਤੇ ਵੀ ਹੋਵੇ, ਘਰ ਹੋਵੇ, ਬਾਹਰ ਹੋਵੇ, ਇਸ ਉਸ ਦੇ ਧਿਆਨ ਦੇ ਵਿੱਚ ਸਦਾ ਹੀ ਉਹ ਰਹਿੰਦਾ ਹੈ। ਭਾਵੇਂ ਸੰਸਾਰ ਵਿੱਚ ਅਨੇਕਾਂ ਇਨਸਾਨ ਹਨ, ਲੇਕਿਨ ਉਸ ਦੇ ਹਿਰਦੇ ਦੇ ਵਿੱਚ ਕੇਵਲ ਉਹੀ ਯਾਦ ਰਹਿੰਦਾ ਹੈ। ਸੋ ਇਸੇ ਹੀ ਤਰ੍ਹਾਂ ਰੱਬ ਦੇ ਪਿਆਰ ਵਾਲੇ ਜੋ ਹਨ, ਉਹ ਭਾਵੇਂ ਸੰਸਾਰ ਦੇ ਵਿੱਚ ਬਥੇਰਾ ਕੁਛ ਹੈ, ਬਥੇਰੇ ਸੰਸਾਰੀ ਜੀਵ ਹਨ, ਲੇਕਿਨ ਉਹ ਕੇਵਲ ਗੁਰੂ ਨੂੰ ਧਿਆਨ ਦੇ ਵਿੱਚ ਰੱਖਦੇ ਹਨ, ਹਰ ਵੇਲੇ ਹੀ ਗੁਰੂ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਫਿਰ ਕਿਰਪਾ ਹੁੰਦੀ ਹੈ ਉਸ 'ਤੇ, ਉਸ ਨੂੰ ਦਰਗਾਹ ਦੇ ਵਿੱਚ ਛਕਾ ਲੈਂਦਾ ਹੈ। ਭਾ ਇਸ ਸੰਸਾਰ ਵਿੱਚ ਵਿਕਾਰਾਂ ਤੋਂ ਮੁਕਤ ਕਰ ਦਿੰਦਾ ਹੈ ਅਤੇ ਅੱਗੇ ਜਿਹੜਾ ਇਹਨਾਂ ਵਿਕਾਰਾਂ ਕਰਕੇ ਮਾੜੇ ਕੀਤੇ ਕਰਮਾਂ ਦਾ ਦੁੱਖ ਭੋਗਣਾ ਪੈਣਾ ਸੀ, ਉਸ ਤੋਂ ਵੀ ਛਕਾ ਲੈਂਦਾ ਹੈ ਗੁਰੂ ਕਿਰਪਾ। ਬਬੀਹਾ ਸਗਲੀ ਧਰਤੀ ਜੇ ਫਿਰ ਐਂ ਊੜ ਚੜ੍ਹੇ ਆਕਾਸ਼। ਹੇ ਬਬੀਹੇ, ਜੇ ਤੂੰ ਸਾਰੀ ਧਰਤੀ ਦੇ ਉੱਤੇ ਤੁਰਿਆ ਫਿਰੇ, ਆਕਾਸ਼ ਦੇ ਵਿੱਚ ਜਿੰਨਾ ਮਰਜ਼ੀ ਉੱਚਾ ਚਲੇ ਜਾਵੇਂ, ਸਤਿਗੁਰ ਮਿਲਿਆ ਜਲ ਪਾਈਐ ਚੁੱਕੈ ਭੁੱਖ ਪਿਆਸ। ਜੇ ਬੱਦਲ ਹੀ ਨਹੀਂ ਹੋਵੇਗਾ, ਮੀਂਹ ਨਹੀਂ ਪਵੇਗਾ, ਤਾਂ ਤੇਰੀ ਪਿਆਸ ਕਿਵੇਂ ਬੁਝੇਗੀ? ਤੇਰੇ ਮੂੰਹ 'ਚ ਬੂੰਦਾਂ ਕਿਵੇਂ ਪੈਣਗੀਆਂ ਪਾਣੀ ਦੀਆਂ? ਧਰਤੀ ਤੋਂ ਤਾਂ ਤੂੰ ਪੀ ਨਹੀਂ ਸਕਦਾ ਹੈ। ਹੇ ਇਨਸਾਨ, ਇਸੇ ਹੀ ਤਰ੍ਹਾਂ ਭਾਵੇਂ ਤੂੰ ਤੀਰਥਾਂ ਦੇ ਉੱਤੇ ਜਾ, ਥਾਂ ਥਾਂ ਤੁਰਿਆ ਫਿਰ, ਹੋਰ ਸੰਸਾਰੀ ਜਿੰਨੇ ਧਰਮ ਦੇ ਨਾਮ ਦੇ ਉੱਤੇ ਕਰਮ ਲੋਕੀ ਕਰਦੇ ਹਨ, ਬੇਸ਼ੱਕ ਜਿੰਨੇ ਮਰਜ਼ੀ ਕਰੀ ਜਾ, ਥਾਂ ਥਾਂ ਦੇ ਉੱਤੇ ਤੁਰਿਆ ਫਿਰ, ਬੇਸ਼ੱਕ ਇਸ ਸੰਸਾਰ ਨਾਲੋਂ ਨਿਰਲੇਪ ਹੋ ਜਾ, ਵੱਖਰਾ ਹੋ ਜਾ, ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਚਲ ਜਾ, ਪਹਾੜਾਂ ਦੇ ਉੱਤੇ ਜਾ ਕੇ ਚੜ੍ਹ ਜਾ। ਜਿੰਨਾ ਚਿਰ ਪੂਰਾ ਗੁਰੂ ਨਹੀਂ ਮਿਲੇਗਾ ਓਨਾ ਚਿਰ, ਔਰ ਤੇਰੇ 'ਤੇ ਜਿੰਨਾ ਚਿਰ ਗੁਰੂ ਤਰੁੱਠੇਗਾ ਨਹੀਂ ਤੇਰੇ ਉੱਤੇ,
ਤੇਰੇ ਮਨ ਦੀ ਪਿਆਸ ਨਹੀਂ ਕਿਤੇ ਵੀ ਬੁਝਣੀ, ਭਾਵ ਤੇਰੇ ਮਨ ਨੂੰ ਸ਼ਾਂਤੀ ਕਿਤੇ ਨਹੀਂ ਆਉਣੀ ਹੈ। ਸੋ ਇਸੇ ਕਰਕੇ ਹੀ ਮਹਾਰਾਜ ਨੇ ਸਾਨੂੰ ਉਪਦੇਸ਼ ਹੀ ਇਹ ਬਖਸ਼ਿਸ਼ ਕੀਤਾ ਹੈ ਕਿ ਗੁਰਸਿੱਖਾ, ਤੂੰ ਗੁਰੂ ਨਾਲ ਪਿਆਰ ਪਾ ਲੈ। ਗੁਰੂ ਹੀ ਤੀਰਥ ਹੈ। ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ। ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ, ਜਿਵੇਂ ਤੀਰਥਾਂ 'ਤੇ ਜਾ ਕੇ ਲੋਕ ਸੁੱਖਣਾ ਸੁੱਖਦੇ ਹਨ, ਮੇਰੀ ਸੁੱਖਣਾ ਪੂਰੀ ਹੋਏਗੀ, ਤੂੰ ਗੁਰੂ ਦੇ ਕੋਲ ਆਇਆ ਕਰ, ਗੁਰੂ ਦੀ ਸੰਗਤ 'ਚ ਬੈਠਿਆ ਕਰ ਆ ਕੇ। ਇਹੀ ਤੇਰਾ ਤੀਰਥ ਦਾ ਇਸ਼ਨਾਨ ਹੈ। ਤੇਰੀਆਂ ਆਸਾਂ ਪੂਰੀਆਂ ਹੋਣਗੀਆਂ ਜੇ ਤੂੰ ਗੁਰੂ ਦੇ ਕੋਲ ਆਵੇਂਗਾ। ਤੈਨੂੰ ਕਿਸੇ ਥਾਂ ਦੇ 'ਤੇ ਬਾਹਰ ਜਾਣ ਦੀ ਲੋੜ ਨਹੀਂ। ਟਿਕ ਜਾ ਇੱਕ ਥਾਂ ਦੇ 'ਤੇ, ਟਿਕ ਜਾ, ਤੇਰੇ ਮਨ ਨੂੰ ਸ਼ਾਂਤੀ ਆਵੇਗੀ। ਸਤਿਗੁਰ ਮਿਲੈ ਜਲ ਪਾਈਐ ਚੁੱਕੈ ਭੁੱਖ ਪਿਆਸ। ਜਦੋਂ ਪੂਰੇ ਗੁਰੂ ਦੇ ਕੋਲ ਆਵੇਂਗਾ, ਤੈਨੂੰ ਅਜਿਹਾ ਨਾਮ ਦਾ, ਬਾਣੀ ਦਾ ਜਲ ਬਖਸ਼ਿਸ਼ ਕਰੇਗਾ ਜਿਸ ਦੇ ਨਾਲ ਤੇਰੀ ਸਾਰੀ ਹੀ ਭੁੱਖ ਅਤੇ ਪਿਆਸ ਦੂਰ ਹੋ ਜਾਏਗੀ। ਭਾਵ ਤੇਰੀਆਂ ਸਾਰੀਆਂ ਭੁੱਖਾਂ ਹੀ ਦੂਰ ਹੋ ਜਾਣਗੀਆਂ। ਜਿਉ ਪਿੰਡ ਸਭ ਤਿਸ ਕਾ, ਸਭ ਕੁਛ ਤਿਸ ਕੈ ਪਾਸ। ਤੈਨੂੰ ਇਹ ਅਹਿਸਾਸ ਹੋਣ ਲੱਗ ਪਵੇਗਾ ਕਿ ਇਹ ਜਿੰਦ ਅਤੇ ਪਿੰਡ, ਇਹ ਸਰੀਰ ਅਤੇ ਇਸ ਦੇ ਵਿੱਚ ਜੋ ਜਿੰਦ ਹੈ, ਇਹ ਸਭ ਕੁਛ ਹੀ ਵਾਹਿਗੁਰੂ ਪਰਮੇਸ਼ਰ ਦਾ ਹੈ। ਅਤੇ ਤੂੰ ਇਹ ਕਹੇਂਗਾ ਕਿ ਸੱਚੇ ਪਾਤਸ਼ਾਹ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਹੁਣ ਤਾਂ ਮੇਰਾ ਕੁਛ ਨਹੀਂ ਹੈ, ਕੁਛ ਨਹੀਂ ਹੈ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਮੇਰੀ ਤਾਂ ਹੁਣ ਮੈਂ ਹੈ ਹੀ ਨਹੀਂ ਹੈ, ਹੁਣ ਤਾਂ ਸਭ ਕੁਛ ਤੂੰ ਹੀ ਤੂੰ ਹੈ। ਅਤੇ ਜੋ ਕੁਛ ਹੈ ਇਹ ਸਭ ਕੁਛ ਤੇਰਾ ਹੀ, ਤਾਂ ਤੂੰ ਹੀ ਇਸ ਦਾ ਮਾਲਕ ਹੈ। ਵਿਣ ਬੋਲਿਆਂ ਸਭ ਕੁਛ ਜਾਣਦਾ, ਕਿਸ ਆਗੇ ਕੀਚੇ ਅਰਦਾਸ। ਪੁਕਾਰਾਂ ਕਰਨ ਦੀ ਲੋੜ ਨਹੀਂ, ਉੱਚੀ ਉੱਚੀ ਰੌਲਾ ਪਾਉਣ ਦੀ ਲੋੜ ਨਹੀਂ ਹੈ। ਉਹ ਤਾਂ ਬਿਨਾਂ ਬੋਲਣ ਤੋਂ ਹੀ ਸਭ ਕੁਝ ਜਾਣਦਾ ਹੈ। ਜਦੋਂ ਤੇਰੇ ਮਨ ਦੇ ਵਿੱਚ ਹੀ ਕੋਈ ਫੁਰਨਾ ਪੈਦਾ ਹੁੰਦਾ ਹੈ, ਜੇ ਤੂੰ ਗੁਰੂ ਦੇ ਨਾਲ ਜੁੜਿਆ ਹੋਇਆ ਹੈ, ਅਤੇ ਗੁਰੂ ਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਹੈ ਕਿ ਮੇਰੇ ਗੁਰਸਿੱਖ ਨੂੰ ਆਹ ਚੀਜ਼ ਚਾਹੀਦੀ ਹੈ, ਮੇਰੇ ਗੁਰਸਿੱਖ ਦੀ ਆਹ ਮੁਰਾਦ ਹੈ। ਫਿਰ ਉਚੇਚ ਕਰਨ ਦੀ ਲੋੜ ਨਹੀਂ। ਇਹ ਜਿਹੜੇ ਆਪਾਂ ਅਰਦਾਸ ਕਰਦੇ ਹਨ, ਅਸਲ ਵਿੱਚ ਇਹ ਇੱਕ ਸਾਡੇ ਮਨ ਨੂੰ ਤਸੱਲੀ ਹੈ ਕਿ ਅਸੀਂ ਅਰਦਾਸ ਕੀਤੀ ਹੈ ਜਾਂ ਅਸੀਂ ਅਰਦਾਸ ਕਰਾਈ ਹੈ। ਇਹ ਮਨ ਦੀ ਤਸੱਲੀ ਵਾਸਤੇ ਹੈ। ਸੋ ਇਸੇ ਹੀ ਤਰ੍ਹਾਂ ਗੁਰੂ ਤਾਂ ਸਭ ਕੁਝ ਜਾਣਦਾ ਹੈ। ਜੋ ਤੂੰ ਗੁਰੂ, ਅਸੀਂ ਕਰਨਾ ਕੀ ਹੈ, ਦਾਸ ਨੇ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ, ਤੁਸੀਂ ਆਓ ਗੁਰੂ ਦੀ ਸੰਗਤ ਦੇ ਵਿੱਚ। ਗੁਰੂ ਸੰਗਤ ਹੀ ਵਰਤਦਾ ਹੈ। ਗੁਰੂ ਪਰਮੇਸ਼ਰ ਜੋ ਹੈ, ਇਹਨੂੰ ਬਾਹਰ ਲੱਭਣ ਦੀ ਲੋੜ ਨਹੀਂ ਕਿਤੇ। ਜਿੱਥੇ ਗੁਰੂ ਦੀ ਸੰਗਤ ਜੁੜੀ ਹੋਈ ਹੈ, ਰੱਬ ਦੀਆਂ ਗੱਲਾਂ ਹੋ ਰਹੀਆਂ ਹਨ, ਉੱਥੇ ਹੀ ਗੁਰੂ ਹਾਜ਼ਰ ਹੈ। ਸੋ ਗੁਰੂ ਦੀ ਸੰਗਤ ਵਿੱਚ ਆ ਕੇ ਬੈਠ। ਜਿਵੇਂ ਤੂੰ ਮਨ ਦੇ ਨਾਲ ਸੰਸਾਰ ਦੇ ਲੋਕਾਂ ਨਾਲ ਗੱਲਾਂ ਕਰਦਾ ਹੈ, ਦੇਖੋ ਮਨ ਦੇ ਨਾਲ ਹੀ ਇਨਸਾਨ ਬੈਠਾ ਬੈਠਾ ਲੰਮਾ ਪਿਆ ਪਿਆ ਸੋਚੀ ਜਾਂਦਾ ਹੈ। ਕਦੀ ਉਹ ਕਿਸੇ ਨਾਲ ਗੱਲਾਂ ਕਰਦਾ ਹੈ, ਰਿਸ਼ਤੇਦਾਰਾਂ ਕੋਲ ਪਹੁੰਚ ਜਾਂਦਾ ਹੈ, ਕਦੀ ਦੋਸਤਾਂ ਮਿੱਤਰਾਂ ਕੋਲ ਪਹੁੰਚਦਾ, ਕਦੀ ਕਿਸੇ ਦੇਸ਼ ਵਿੱਚ ਪਹੁੰਚ ਜਾਂਦਾ, ਕਦੀ ਕਿਸੇ ਦੇਸ਼ ਵਿੱਚ ਵੇਖੋ ਪਹੁੰਚਦਾ ਨਾ, ਔਰ ਗੱਲਾਂ ਕਰਦਾ ਹੈ ਉਹਨਾਂ ਦੇ ਦਾ ਮਨ ਕਰਕੇ ਗੱਲਾਂ ਕਰਦਾ ਰਹਿੰਦਾ ਹੈ। ਜੇ ਤੂੰ ਇਹ ਸਾਰਾ ਕੁਝ ਇਸ ਨੂੰ ਉਲਟਾ ਕੇ ਗੁਰੂ ਵਾਲੇ ਪਾਸੇ ਧਿਆਨ ਆਪਣਾ ਕਰ ਲਵੇਂ, ਗੁਰੂ ਦੇ ਕੋਲ ਆ ਕੇ ਬੈਠ, ਗੁਰੂ ਦੇ ਨਾਲ ਗੱਲਾਂ ਕਰਿਆ ਕਰ। ਇਹੀ ਮਨ ਦੇ ਨਾਲ, ਮਨ ਦੇ ਰਾਹੀਂ ਤੂੰ ਗੁਰੂ ਦੇ ਨਾਲ ਗੱਲਾਂ ਕਰ। ਜੇ ਤੂੰ ਮਨ ਕਰਕੇ ਗੁਰੂ ਦੇ ਨਾਲ ਗੱਲਾਂ ਕਰੇਗਾ, ਗੁਰੂ ਨੂੰ ਜੋ ਕੁਛ ਕਹੇਗਾ। ਦੇਖੋ ਬੱਚੇ ਦੀ ਜੋ ਲੋੜ ਹੈ ਉਹ ਮਾਂ ਪਿਓ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਉਹ ਪ੍ਰਬੰਧ ਕਰ ਦਿੰਦੇ ਹਨ। ਹਾਂ, ਕਈ ਵਾਰੀ ਬੱਚਾ ਅਣਜਾਣਪੁਣੇ ਦੇ ਵਿੱਚ ਇਹੋ ਜਿਹੀ ਚੀਜ਼ ਮੰਗ ਲੈਂਦਾ ਹੈ ਜਿਹਦੇ ਨਾਲ ਉਹਦਾ ਨੁਕਸਾਨ ਹੋਣਾ ਹੁੰਦਾ ਹੈ। ਮਾਂ ਪਿਓ ਵਰਜ ਦਿੰਦੇ ਹਨ ਕਿ ਨਹੀਂ, ਇਹ ਨਹੀਂ ਤੈਨੂੰ ਲੈ ਕੇ ਦੇਣੀ, ਭਾਵੇਂ ਤੂੰ ਨਾਰਾਜ਼ ਹੋ। ਇਸੇ ਤਰ੍ਹਾਂ ਹੀ ਸਾਡੇ ਗੁਰੂ ਦਾ ਹੈ। ਗੁਰੂ ਵੀ ਮਾਂ ਪਿਓ ਹੈ ਸਾਡਾ। ਕਈ ਵਾਰੀ ਅਸੀਂ ਅਣਜਾਣਪੁਣੇ ਦੇ ਵਿੱਚ ਉਹ ਕੁਝ ਗੁਰੂ ਦੇ ਕੋਲੋਂ ਮੰਗਣਾ ਸ਼ੁਰੂ ਕਰ ਦਿੰਦੇ ਹਾਂ ਜਿਸ ਦੇ ਨਾਲ ਸਾਡਾ ਆਉਣ ਵਾਲੇ ਸਮੇਂ 'ਚ ਭਲਾ ਨਹੀਂ ਹੋਣਾ ਹੁੰਦਾ, ਨੁਕਸਾਨ ਹੋਣਾ ਹੁੰਦਾ ਹੈ। ਗੁਰੂ ਚਾਹੁੰਦਾ ਹੀ ਨਹੀਂ ਹੈ ਕਿ ਮੇਰਾ ਗੁਰਸਿੱਖ ਬਾਅਦ ਵਿੱਚ ਪਛਤਾਵੇ, ਰੋਵੇ, ਦੁਖੀ ਹੋਵੇ। ਗੁਰੂ ਤਾਂ ਭਲਾ ਚਾਹੁੰਦਾ ਹੈ, ਪਰ ਅਸੀਂ ਹੀ ਅਣਜਾਣਪੁਣੇ ਹੱਥ ਕਰ ਲੈਂਦੇ। ਨਹੀਂ ਨਹੀਂ, ਹੋਣਾ ਹੀ ਚਾਹੀਦਾ ਹੈ, ਜੋ ਕੁਛ ਅਸੀਂ ਚਾਹੁੰਦੇ ਹਾਂ ਹੋਣਾ ਹੀ ਚਾਹੀਦਾ ਹੈ। ਸਤਿਗੁਰੂ ਤਾਂ ਸਾਰਿਆਂ ਦਾ ਭਲਾ ਮੰਨਦਾ ਹੈ। ਸੋ ਗੁਰੂ ਦੇ ਨਾਲ ਗੱਲਾਂ ਕਰ, ਪਿਆਰ ਦੇ ਨਾਲ ਆ ਕੇ ਮਨ ਕਰਕੇ ਬੈਠ ਕੇ ਗੁਰੂ ਦੇ ਨਾਲ ਗੱਲਾਂ ਕਰਿਆ ਕਰ।
ਗੁਰੂ ਦੀਆਂ ਗੱਲਾਂ ਨੂੰ ਸੁਣਿਆ ਵੀ ਕਰ। ਦੇਖ ਕਿਵੇਂ ਤੇਰੇ ਤੇ ਗੁਰੂ ਤਰੁੱਠਦਾ ਹੈ। ਨਾਨਕ ਘਟ ਘਟ ਇੱਕੋ ਵਰਤਦਾ, ਸ਼ਬਦ ਕਰੇ ਪ੍ਰਗਾਸ। ਦੇਖ ਉਹ ਜਿਹੜਾ ਸਭ ਥਾਈਂ ਹਾਜ਼ਰ ਨਾਜ਼ਰ ਹੈ ਨਾ ਗੁਰੂ ਪਰਮੇਸ਼ਰ, ਉਹ ਸ਼ਬਦ ਦੇ ਰਾਹੀਂ ਤੇਰੇ ਅੰਦਰ ਵੀ ਪ੍ਰਕਾਸ਼ ਕਰ ਦੇਵੇਗਾ, ਤੈਨੂੰ ਵੀ ਸੋਝੀ ਹੋ ਜਾਵੇਗੀ। ਜਿਵੇਂ ਬੱਚਾ ਵਿਦਿਆਰਥੀ ਜਿਹੜਾ ਅਧਿਆਪਕ ਦੇ ਕੋਲ ਬੈਠ ਕੇ ਕੁਝ ਸਿੱਖ ਸਕਦਾ ਹੈ। ਜੇ ਕਹੇ ਕਿ ਅਧਿਆਪਕ ਕਿਤੇ ਹੈ, ਪਾਣੀ ਪੀਣਾ ਹੋਵੇ ਤਾਂ ਆਪਾਂ ਨੂੰ ਟੂਟੀ ਦੇ ਕੋਲ ਜਾਣਾ ਪੈਂਦਾ ਹੈ, ਗਲਾਸ ਲੈ ਕੇ ਜਾਣਾ ਪੈਂਦਾ, ਤਾਂ ਹੀ ਪਾਣੀ ਮਿਲੇਗਾ ਨਾ। ਇਸੇ ਤਰ੍ਹਾਂ ਹੀ ਗੁਰੂ ਦੇ ਕੋਲ ਕੁਝ ਲੈਣਾ ਹੈ ਤੇ ਗੁਰੂ ਦੇ ਕੋਲ ਚੱਲ ਕੇ ਜਾਣਾ ਚਾਹੀਦਾ। ਇੱਕ ਸਾਡੇ ਬੜੀ ਗਲਤ ਰਵਾਇਤ ਚੱਲ ਪਈ ਹੈ, ਇਹ ਅਸਲ 'ਚ ਸਾਰਾ ਪੁਜਾਰੀਆਂ ਦਾ ਕੰਮ ਹੈ। ਗੁਰੂ ਨੂੰ ਚੁੱਕ ਕੇ ਆਪਾਂ ਤੁਰੇ ਫਿਰਦੇ ਹਾਂ। ਅਸੀਂ ਲੋਕ ਅਣਜਾਣ, ਗੁਰੂ ਮਹਾਰਾਜ ਸਾਡੇ ਘਰ ਵਿੱਚ ਆ ਜਾਣ, ਗੁਰੂ ਮਹਾਰਾਜ ਦੇ ਸਾਡੇ ਘਰ ਵਿੱਚ ਚੜ੍ਹਨ ਪੈ ਜਾਣ। ਜਦੋਂ ਤੂੰ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੀ ਗੱਲ ਮੰਨ ਕੇ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਪੜ੍ਹਨ ਲੱਗ ਪਵੇਂਗਾ, ਸ਼ਾਮ ਦੇ ਵੇਲੇ ਰਹਿ ਰਾਸ ਦਾ ਪਾਠ ਘਰ ਦੇ ਵਿੱਚ ਕਰ ਲੱਗ ਪਵੇਂਗਾ, ਗੁਰੂ ਤਾਂ ਤੇਰੇ ਘਰ 'ਚ ਆ ਗਿਆ ਹੈ, ਗੁਰੂ ਦੇ ਚਰਨ ਤਾਂ ਪੈ ਗਏ ਹਨ, ਹੋਰ ਕਿਸ ਤਰ੍ਹਾਂ ਪੈਣੇ ਹਨ। ਇਹ ਜਿੰਨਾ ਚਿਰ ਇਹ ਨਹੀਂ ਸਾਡੇ ਅੰਦਰੋਂ ਭਰਮ ਦੂਰ ਹੁੰਦਾ, ਉਹਨਾਂ ਚਿਰ ਅਸੀਂ, ਇਹ ਬਿਲਕੁਲ ਸਾਡੀ ਹਾਲਤ ਇਹ ਹੈ ਕਿ ਅਸੀਂ ਖੂਹ ਨੂੰ ਕਹਿੰਦੇ ਹਾਂ, ਖੂਹ ਸਾਡੇ ਘਰ ਵਿੱਚ ਆ ਜਾਵੇ ਤੇ ਤਾਂ ਪਾਣੀ ਪੀਵਾਂਗੇ। ਆਪ ਨਹੀਂ ਕੋਸ਼ਿਸ਼ ਕਰਦੇ ਗੁਰੂ ਦੇ ਕੋਲ ਜਾਣ ਦੀ। ਸਮਾਂ ਸੀ ਜਦੋਂ ਗੁਰਸਿੱਖ ਦੂਰੋਂ ਦੂਰੋਂ ਚੱਲ ਕੇ ਗੁਰੂ ਦੇ ਕੋਲ ਜਾਂਦੇ ਸਨ। ਇੱਕ ਹੀ ਗੁਰਦੁਆਰਾ ਕਿਤੇ ਕਿਤੇ ਹੁੰਦਾ। ਇੱਥੇ ਇੱਕ ਗੁਰਦੁਆਰਾ ਸੀ ਪਹਿਲਾਂ, ਦੇਖ ਲਓ ਤੁਸੀਂ, ਸਾਰੇ ਪਟਿਆਲੇ ਦੇ ਵਿੱਚ ਬਾਹਰਲੇ ਪਿੰਡਾਂ ਦੇ ਲੋਕ ਵੀ ਇੱਥੇ ਆਉਂਦੇ ਸਨ। ਹੁਣ ਹਰ ਮੁਹੱਲੇ ਵਿੱਚ ਕਈ ਕਈ ਗੁਰਦੁਆਰੇ ਬਣ ਗਏ ਹਨ ਔਰ ਖਾਲੀ ਪਏ ਹਨ। ਬਿਲਡਿੰਗਾਂ ਬੜੀਆਂ ਸੋਹਣੀਆਂ ਬਣੀਆਂ ਹਨ, ਸਭ ਖਾਲੀ ਪਏ ਹਨ, ਤੁਰੇ ਫਿਰਦੇ ਹਨ। ਕਿਤੇ ਉਹ ਇਨਸਾਨ ਨੂੰ ਤਸੱਲੀ ਨਹੀਂ ਹੁੰਦੀ ਹੈ, ਉੱਧਰ ਨੂੰ ਚਲੇ ਗਏ, ਉੱਧਰ ਨੂੰ ਚਲੇ ਗਏ, ਤੁਰੇ ਫਿਰਦੇ ਹਨ। ਜਾਂ ਫਿਰ ਆਹ ਹੈ ਇੱਕ ਸੌਖਾ ਕੰਮ, ਚਲੋ ਜੀ ਜਾ ਕੇ ਭਾਈ ਸਾਹਿਬ ਨੂੰ ਕਹਿੰਦੇ, ਮਹਾਰਾਜ ਅਸੀਂ ਘਰ ਵਿੱਚ ਗੁਰੂ ਮਹਾਰਾਜ ਦੇ ਚਰਨ ਪਵਾਉਣੇ ਹਨ, ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰੋ ਮਿਲ ਕੇ, ਸੰਗਤ ਦੇ ਆਪ ਸਾਰਾ ਪਰਿਵਾਰ ਮਿਲ ਕੇ ਘਰ ਦੇ 'ਚ ਪਾਠ ਕਰੋ, ਸੁਖਮਨੀ ਸਾਹਿਬ ਦਾ ਪਾਠ ਕਰੋ, ਜਪਜੀ ਸਾਹਿਬ ਦਾ ਪਾਠ ਕਰੋ, ਅਤੇ ਇਹਦੇ ਨਾਲ ਹੀ ਤੁਹਾਡੀ ਤਾਂ ਕਲਿਆਣ ਹੋ ਜਾਣੀ ਹੈ। ਤੁਸੀਂ ਗੁਰੂ ਦੀ ਸੰਗਤ ਰੋਜ਼ ਆਇਆ ਕਰੋ। ਜੋ ਤੁਸੀਂ ਗੁਰੂ ਦੀ ਸੰਗਤ ਰੋਜ਼ ਆ ਜਾਓਗੇ, ਗੁਰੂ ਤਾਂ ਤੁਹਾਡੇ ਨਾਲ ਸਦਾ ਹੀ ਹੈ। ਤੁਸੀਂ ਘਰ ਹੋਵੋ, ਬਾਹਰ ਹੋ, ਕਿਤੇ ਸਫ਼ਰ ਵਿੱਚ ਹੋ, ਕਿਤੇ ਵੀ ਬਾਹਰ ਗਏ ਹੋ, ਗੁਰੂ ਹਰ ਵੇਲੇ ਤੁਹਾਡੇ ਨਾਲ ਰਹੇਗਾ। ਇਸ ਤਰ੍ਹਾਂ ਦਾ ਅਹਿਸਾਸ ਗੁਰਸਿੱਖ ਨੂੰ ਕਰਨ ਦੀ ਲੋੜ ਹੈ। ਮਾਰੇ ਕਹਿੰਦੇ ਕਿ ਉਹ ਤਾਂ ਬਿਨਾਂ ਬੋਲਣ ਤੋਂ ਜਾਣਦਾ ਹੈ। ਆ ਕੇ ਗੁਰੂ ਦੇ ਕੋਲ ਬੈਠ, ਗੁਰੂ ਦੇ ਨਾਲ ਮਨ ਕਰਕੇ ਗੱਲ ਕਰ, ਜਿਹੜੀ ਕਰਨੀ ਹੈ ਮਨ ਕਰਕੇ। ਹਾਂ, ਸੁਚੇਤ ਰਹੀਂ, ਉਹ ਕੁਝ ਨਾ ਮੰਗ ਲਵੀਂ ਜਿਹੜਾ ਤੇਰਾ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਦੁਖਦਾਈ ਬਣ ਜਾਏ। ਸੋਚ ਸਮਝ ਕੇ, ਮਹਾਰਾਜ ਕਹਿੰਦੇ ਕਿ ਥੋੜ੍ਹੀ ਅਕਲ ਵਰਤ ਲਵੀਂ, ਸੋਚ ਸਮਝ ਕੇ ਗੁਰੂ ਦੇ ਕੋਲੋਂ ਚੀਜ਼ ਮੰਗੀ। ਬਾਕੀ ਗੁਰੂ ਦੀਆਂ ਗੱਲਾਂ ਵੀ ਮੰਨਿਆ ਕਰਨਾ। ਜੇ ਬੱਚਾ ਚਾਹੇ ਕਿ ਮਾਂ ਪਿਓ ਮੇਰੀ ਹਰ ਗੱਲ ਮੰਨਣ, ਤਾਂ ਫਿਰ ਬੱਚੇ ਨੂੰ ਵੀ ਮਾਂ ਪਿਓ ਦੀ ਗੱਲ ਮੰਨਣੀ ਪੈਂਦੀ ਹੈ। ਜੇ ਕਹੇ ਕਿ ਨਹੀਂ ਮੈਂ ਆਪਣੀਆਂ ਗੱਲਾਂ ਮਨਾ ਲਵਾਂ, ਮਾਂ ਪਿਓ ਦੀ ਕੋਈ ਨਾ ਮੰਨਾਂ, ਤਾਂ ਫਿਰ ਇੱਦਾਂ ਨਹੀਂ ਗੱਲ ਬਣਦੀ ਹੈ। ਬਿਲਕੁਲ ਇਸੇ ਤਰ੍ਹਾਂ ਹੀ ਜੇ ਗੁਰਸਿੱਖ ਗੁਰੂ ਦੀਆਂ ਗੱਲਾਂ ਮੰਨੇਗਾ ਤਾਂ ਗੁਰੂ ਵੀ ਜਿਹੜਾ ਸਿੱਖ ਦੀਆਂ ਗੱਲਾਂ ਮੰਨੇਗਾ। ਕਸਰ ਕਿੱਥੇ ਹੈ ਕਿ ਅਸੀਂ ਗੁਰੂ ਦੇ ਕੋਲੋਂ ਮਨਾਉਣੀਆਂ ਚਾਹੁੰਦੇ ਹਾਂ, ਹਰ ਇੱਕ ਗੱਲ ਸਾਡੀ ਮੰਨ ਲਵੇ, ਲੇਕਿਨ ਆਪ ਨਹੀਂ ਗੁਰੂ ਦੀ ਗੱਲ ਮੰਨੋ। ਫਿਰ ਜਿੱਥੇ ਜਿਵੇਂ ਹਾਂ ਉੱਦਾਂ ਹੀ ਤੁਰੇ ਜਾਂਦੇ ਹਾਂ। ਨਾਨਕ ਘਟ ਘਟ ਇੱਕੋ ਵਰਤਦਾ, ਸ਼ਬਦ ਕਰੇ ਪ੍ਰਕਾਸ਼। ਸ਼ਬਦ ਦੇ ਰਾਹੀਂ ਹਿਰਦਿਆਂ ਦੇ ਵਿੱਚ ਪ੍ਰਕਾਸ਼ ਕਰਦਾ ਹੈ। ਜੋ ਵਾਹਿਗੁਰੂ ਪਰਮੇਸ਼ਰ ਸਭ ਥਾਈਂ ਵਸਿਆ ਹੋਇਆ ਹੈ, ਉਸ ਗੁਰਸਿੱਖ ਦੇ ਹਿਰਦੇ ਦੇ ਵਿੱਚ ਆ ਕੇ ਪ੍ਰਗਟ ਹੋ ਜਾਂਦਾ ਹੈ। ਨਾਨਕ ਤਿਸੈ ਬਸੰਤ ਹੈ, ਜੇ ਸਤਿਗੁਰ ਸੇਵ ਸਮਾਏ। ਜਿਹੜੇ ਗੁਰੂ ਦੀ ਯਾਦ ਵਿੱਚ ਜੁੜਦੇ ਹਨ, ਰਾਤ ਦਿਨ ਹੀ ਯਾਦ ਜੁੜੇ ਰਹਿੰਦੇ ਹਨ, ਉਹਨਾਂ ਵਾਸਤੇ ਸਦਾ ਹੀ ਬਸੰਤ ਹੈ, ਭਾਵ ਖੇੜਾ ਹੈ, ਆਨੰਦ ਹੈ। ਸੰਸਾਰੀ ਲੋਕਾਂ ਵਾਸਤੇ ਬਸੰਤ ਖਾਸ ਰੁੱਤ ਹੈ। ਜਿਵੇਂ ਬਸੰਤ ਦੀ ਰੁੱਤ ਵਿੱਚ ਖੇੜਾ ਆਉਂਦਾ ਹੈ, ਉਹ ਬਸੰਤ ਰੁੱਤ ਨੂੰ ਉਡੀਕਦੇ ਰਹਿੰਦੇ ਹਨ। ਪਰ ਜਿਹੜੇ ਗੁਰੂ ਨਾਲ ਹਰ ਵੇਲੇ ਹੀ ਜੁੜੇ ਰਹਿੰਦੇ ਹਨ, ਉਹਨਾਂ ਦੇ ਵਾਸਤੇ ਸਦਾ ਹੀ ਮਹਾਰਾਜ ਕਹਿੰਦੇ ਕਿ ਬਸੰਤ ਹੈ। ਹਰ ਵਠਾ ਮੰਤਨ ਸਭ ਪਰ ਹੜੈ, ਸਭ ਜਗ ਹਰਿਆਵਲ ਹੋਏ। ਜਦੋਂ ਗੁਰੂ ਤਰੁੱਠਦਾ ਹੈ ਤਾਂ ਸਮਝੋ ਪਰਮੇਸ਼ਰ ਦੀ ਖੁਸ਼ੀ ਹੋ ਗਈ ਹੈ। ਮਨ ਅਤੇ ਤਨ ਉੱਤੇ ਖੇੜਾ ਆਉਂਦਾ ਹੈ। ਜਿਵੇਂ ਬਸੰਤ ਦੀ ਰੁੱਤ ਦੇ ਵਿੱਚ ਸਭ ਪਾਸੇ ਹੀ ਫੁੱਲ ਖਿੜਦੇ ਹਨ,
इस तरह ही वो गुरसिख जिहड़ा है अंदरों बाहरों खिड़िया रहिंदा है। जिवें सारे जगत विच हरियावल हुंदी है तिवें ही सब पासे उस अंदरों ते बाहरों जिहड़ा है उस उत्ते खेड़ा आउंदा है। सतगुरु जी किरपा करन जो पावन उपदेश आपां इन्हां सलोकां दे राहीं सरवण कर रहे हैं, हिरदे जो साईए भुल्लां चुक्कां दी खिमा। वाहिगुरू जी का खालसा वाहिगुरू जी की फतेह। वाहिगुरू वाहिगुरू वाहिगुरू।